ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ। ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਤੁਸੀਂ ਸਾਰੇ ਹੀ ਇਸ ਗੱਲ ਤੋਂ ਵਾਬਸਤਾ ਹੋ ਕਿ ਕੁਝ ਦਿਨ ਪਹਿਲਾਂ ਆਪਣੀਆਂ ਬੇਹੱਦ ਹੀ ਬੇਹੂਦਾ ਟਿੱਪਣੀਆਂ ਦੇ ਵਾਸਤੇ ਮਸ਼ਹੂਰ ਕੰਗਨਾ ਰਣੌਤ ਦੇ ਵੱਲੋਂ ਕਿਸਾਨੀ ਬਿੱਲਾਂ ਦੀ ਵਾਪਸੀ ਦੇ ਉੱਪਰ ਜਿਸ ਤਰ੍ਹਾਂ ਦੀ ਸਟੋਰੀ ਇੰਸਟਾਗ੍ਰਾਮ ਦੇ ਉੱਪਰ ਸ਼ੇਅਰ ਕੀਤੀ ਗਈ ਔਰ ਜਿਹੜੀ ਉਸ ਦੀ ਸ਼ਬਦਾਵਲੀ ਸੀ, ਵੈਸੇ ਤਾਂ ਜੇਕਰ ਉਸ ਦੀ ਸ਼ਬਦਾਵਲੀ ਦਾ ਉਸ ਦੀ ਜਾਂ ਉਸ ਦੇ ਪੱਧਰ ਦੀ ਸ਼ਬਦਾਵਲੀ ਦੇ ਵਿੱਚ ਜਵਾਬ ਦੇਣਾ ਹੋਵੇ ਤਾਂ ਬਹੁਤ ਸੌਖਾ ਹੈ। ਮੈਂ ਵੀ ਕਿਸੇ ਵੇਲੇ ਜਦੋਂ ਇਹ ਕਿਸਾਨ ਸੰਘਰਸ਼ ਆਰੰਭ ਹੋਇਆ ਸੀ ਤਾਂ ਜਿਸ ਤਰ੍ਹਾਂ ਉਸਨੇ ਸਾਡੀਆਂ ਸੰਘਰਸ਼ ਦੇ ਵਿੱਚ ਹਿੱਸਾ ਲੈਣ ਵਾਲੀਆਂ ਬਜ਼ੁਰਗ ਮਾਤਾਵਾਂ ਦੇ ਬਾਰੇ ਜਿਹੜੀ ਸ਼ਬਦਾਵਲੀ ਵਰਤੀ ਸੀ, ਕਦੀ ਮੈਂ ਵੀ ਉਸ ਦਾ ਜਵਾਬ ਉਹਨਾਂ ਹੀ ਸ਼ਬਦਾਂ ਦੇ ਵਿੱਚ ਜਾਂ ਉਸੇ ਹੀ ਪੱਧਰ ਦੇ ਉੱਪਰ ਦਿੱਤਾ ਸੀ। ਪਰ ਹੁਣ ਜਿਹੜੀ ਉਸ ਦੀ ਸ਼ਬਦਾਵਲੀ ਹੈ ਤੇ ਉਸ ਸ਼ਬਦਾਵਲੀ ਦੇ ਵਿੱਚੋਂ ਜਿਸ ਨੂੰ ਅਸੀਂ ਕਹੀਏ ਕਿ ਬਿਟਵੀਨ ਦਾ ਲਾਈਨ ਤੇ ਬਿਹਾਈਂਡ ਦਾ ਸੀਨ, ਕਿ ਦਰਅਸਲ ਉਸ ਸ਼ਬਦਾਵਲੀ ਦੇ ਵਿੱਚੋਂ ਕਿਹੜੀ ਵਿਚਾਰਧਾਰਾ, ਕਿਹੜੀ ਮਾਨਸਿਕਤਾ ਪ੍ਰਗਟ ਹੁੰਦੀ ਹੈ ਤੇ ਉਸ ਦੇ ਪਿੱਛੇ ਇੱਕ ਕਹਿ ਸਕਦੇ ਹੋ ਕਿ ਜਿਹੜਾ ਇੱਕ ਅਲਟਰਾ ਨੈਸ਼ਨਲਿਜ਼ਮ ਦਾ ਇੱਕ ਜਿਹੜਾ ਬਹੁਤ ਵੱਡਾ ਕਹਿ ਸਕਦੇ ਹੋ ਕਿ ਇੱਕ ਸੱਚ ਛਿਪਿਆ ਹੋਇਆ ਕਿ ਭਵਿੱਖ ਦੇ ਵਿੱਚ ਘੱਟ ਗਿਣਤੀ ਕੌਮੀਅਤਾਂ ਦੇ ਪ੍ਰਤੀ ਇੱਕ ਖਾਸ ਵਰਗ ਕਿਵੇਂ ਦੀ ਸੋਚ ਰੱਖਦਾ ਹੈ, ਇੱਕ ਤਾਂ ਉਸ ਨੂੰ ਸਮਝਣ ਦੀ ਲੋੜ ਹੈ। ਦੂਸਰੀ ਗੱਲ ਇਹ ਹੁੰਦੀ ਹੈ ਕਿ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਹਾਂ ਕਿ ਔਕਾਤ ਪਛਾਣੇ ਜਾਣਾ, ਕਿ ਮਨੁੱਖ ਦੀ ਬਾਹਰੀ ਦਿੱਖ, ਸਰੀਰਕ ਸੁੰਦਰਤਾ ਜਿਵੇਂ ਦੀ ਮਰਜ਼ੀ ਹੋਵੇ, ਉਹਦਾ ਬਾਹਰੀ ਦਿਖਾਵਾ ਜਿਵੇਂ ਦਾ ਮਰਜ਼ੀ ਹੋਵੇ, ਪਰ ਜਿਹੜੀ ਉਸ ਦੀ ਸ਼ਬਦਾਵਲੀ ਹੁੰਦੀ ਹੈ ਕਿਤੇ ਨਾ ਕਿਤੇ ਉਸ ਦਾ ਮਾਨਸਿਕ ਪੱਧਰ, ਉਸ ਦਾ ਔਕਾਤ ਜਾਂ ਫਿਰ ਉਸ ਦੀ ਅਸਲੀਅਤ ਕੀ ਹੈ, ਇਹ ਜ਼ਰੂਰ ਸਾਹਮਣੇ ਲਿਆਉਂਦੀ ਹੈ। ਵੈਸੇ ਜੇਕਰ ਇਸ ਵਰਤਾਰੇ ਨੂੰ ਸਮਝਣਾ ਹੋਵੇ ਤਾਂ ਭਾਈ ਸਾਹਿਬ ਭਾਈ ਗੁਰਦਾਸ ਹੋਣਾ ਨੇ ਇੱਕ ਬੜਾ ਪਿਆਰਾ ਪ੍ਰਮਾਣ ਦਿੱਤਾ ਹੈ। ਉਹ ਕਹਿੰਦੇ ਨੀਲਾਰੀ ਦੇ ਮੱਟ ਵਿੱਚ ਪੈ ਗਿੱਦੜ ਰੱਤਾ, ਕਿ ਇੱਕ ਨੀਲਾਰੀ ਦੇ ਰੰਗ ਕਰਨ ਵਾਲੇ ਨੀਲੇ ਰੰਗ ਦੇ ਮਟਕੇ ਦੇ ਵਿੱਚ ਜੰਗਲ ਤੋਂ ਦੌੜਿਆ ਗਿੱਦੜ ਆ ਕੇ ਡਿੱਗ ਪਿਆ ਤੇ ਸਾਰੇ ਜਿਸਮ ਤੇ ਨੀਲਾ ਰੰਗ ਲੱਗ ਗਿਆ। ਜਦੋਂ ਉਸ ਨੇ ਬਾਹਰ ਆਪਣੇ ਆਪ ਨੂੰ ਵੇਖਿਆ ਕਿ ਮੈਂ ਤੇ ਬਾਕੀ ਜਾਨਵਰਾਂ ਤੋਂ ਵੱਖਰਾ ਹਾਂ, ਜੰਗਲ ਅੰਦਰ ਜਾ ਕੇ ਪਖੰਡ ਕਮੱਤਾ, ਤੇ ਜੰਗਲ ਦੇ ਵਿੱਚ ਅੰਦਰ ਜਾ ਕੇ ਉਸਨੇ ਇੱਕ ਨਵਾਂ ਹੀ ਪਖੰਡ ਰਚ ਲਿਆ। ਦਰ ਸਿਵੇ ਮਿਰਗਾਵਲੀ ਹੋਏ ਬਹੇ ਅਵੱਤਾ, ਤੇ ਸਾਰੇ ਜੰਗਲ ਦੇ ਜਾਨਵਰਾਂ ਨੂੰ ਕਹਿ ਦਿੱਤਾ ਕਿ ਮੈਨੂੰ ਪ੍ਰਮਾਤਮਾ ਨੇ ਵੱਖਰੀ ਕਿਸਮ ਦਾ ਜਾਨਵਰ ਬਣਾ ਕੇ ਭੇਜਿਆ, ਮੈਂ ਤੁਹਾਡਾ ਰਾਜਾ। ਪਰ ਇੱਕ ਦਿਨ ਬਾਰਿਸ਼ ਹੋਈ, ਜਦੋਂ ਬਾਕੀ ਗਿੱਦੜ ਜਿਹੜੇ ਸੀਗੇ ਉਹ ਹੂਕ ਰਹੇ ਸੀ ਤਾਂ ਇਹਦੇ ਕੋਲ ਰਿਹਾ ਨਾ ਗਿਆ। ਇੱਕ ਤਾਂ ਵੈਸੇ ਵੀ ਬਾਰਿਸ਼ ਨਾਲ ਕੁਝ ਰੰਗ ਲੈ ਚੁੱਕਾ ਸੀ, ਦੂਜਾ ਇਹਨੇ ਵੀ ਉਹਨਾਂ ਹੀ ਗਿੱਦੜਾਂ ਦੇ ਵਾਂਗ ਹੂਕਣਾ ਸ਼ੁਰੂ ਕਰ ਦਿੱਤਾ। ਤੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਬੋਲਣ ਪਾਜ ਉਘੇੜਿਆ ਜਿਉ ਮੂਲੀ ਪੱਤਾ, ਕਿ ਜਿਸ ਤਰ੍ਹਾਂ ਦੇ ਨਾਲ ਮੂਲੀ ਖਾਣ ਤੋਂ ਬਾਅਦ ਮੂੰਹ 'ਚੋਂ ਸੁਗੰਧ ਆ ਜਾਂਦੀ ਹੈ ਤੇ ਪਤਾ ਲੱਗ ਜਾਂਦਾ ਬੰਦੇ ਨੇ ਕੀ ਖਾਧਾ ਹੈ, ਇਸੇ ਤਰ੍ਹਾਂ ਬੋਲਣ ਤੋਂ ਬੰਦੇ ਦੇ ਅੰਦਰ ਕੀ ਹੈ, ਉਹਦੀ ਔਕਾਤ ਕੀ ਹੈ, ਉਹਦੀ ਮਾਨਸਿਕਤਾ ਕੀ ਹੈ, ਇਸ ਗੱਲ ਦੀ ਜਿਹੜੀ ਸਮਝ ਹੈ ਉਹ ਲੱਗ ਜਾਂਦੀ ਹੈ। ਸੋ ਕੰਗਨਾ ਰਣੌਤ ਵੱਲੋਂ ਵਰਤੀ ਗਈ ਸ਼ਬਦਾਵਲੀ ਆਰੰਭ ਦੇ ਵਿੱਚ ਕਹਿੰਦੀ ਹੈ ਕਿ ਜਿਹੜੀ ਖਾਲਿਸਤਾਨੀ ਅੱਤਵਾਦੀਆਂ ਨੇ ਰਾਸ਼ਟਰ ਦੀ ਬਾਂਹ ਮਰੋੜੀ ਹੈ, ਔਰ ਇਸ ਮੌਕੇ ਦੇ ਉੱਪਰ ਸਾਨੂੰ ਇੱਕ ਔਰਤ ਨੂੰ ਯਾਦ ਰੱਖਣਾ ਚਾਹੀਦਾ, ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਜਿਸ ਨੇ ਇਹਨਾਂ ਨੂੰ ਜੁੱਤੀ ਹੇਠ ਕੁਚਲਿਆ ਸੀ। ਬੇਸ਼ੱਕ ਰਾਸ਼ਟਰ ਨੂੰ ਇਸ ਦਾ ਸੰਤਾਪ ਭੋਗਣਾ ਪਿਆ, ਪਰ ਉਹਨੇ ਇਹਨਾਂ ਨੂੰ ਮੱਛਰ ਵਾਂਗ ਕੁਚਲ ਕੇ ਰੱਖ ਦਿੱਤਾ ਔਰ ਦੇਸ਼ ਦੇ ਟੁਕੜੇ ਨਾ ਹੋਣ ਦਿੱਤੇ, ਔਰ ਇਹਨਾਂ ਲੋਕਾਂ ਨੂੰ ਐਸਾ ਹੀ ਗੁਰੂ ਚਾਹੀਦਾ ਹੈ। ਹੁਣ ਇਹ ਜਿਹੜੀ ਸਾਰੀ ਉਸ ਵੱਲੋਂ ਵਰਤੀ ਗਈ ਸ਼ਬਦਾਵਲੀ ਹੈ, ਇਸ ਸ਼ਬਦਾਵਲੀ ਦੀ ਜਿਹੜੀ ਮੈਂ ਆਰੰਭ ਦੇ ਵਿੱਚ ਗੱਲ ਕੀਤੀ ਸੀ ਕਿ ਇਸ ਘਟੀਆ ਸ਼ਬਦਾਵਲੀ ਦੇ ਵਿੱਚ ਜਿਹੜਾ ਵਰਤਾਰਾ ਹੈ ਉਸ ਨੂੰ ਕਹਿ ਸਕਦੇ ਹਾਂ ਕਿ ਸੂਖਮਤਾ ਦੇ ਨਾਲ ਸਮਝਣ ਦੀ ਲੋੜ ਹੈ, ਕਿਉਂਕਿ ਇਹ ਜਿਹੜੀ ਸ਼ਬਦਾਵਲੀ ਹੈ ਇਹਦੇ ਪਿੱਛੇ ਜਿਹੜਾ ਕਹਿ ਸਕਦੇ ਹੋ ਕਿ ਉਹਦੀ ਜਿਹੜੀ ਸੋਚ ਹੈ, ਔਰ ਖਾਸ ਕਰਕੇ ਕਿ ਜਦੋਂ ਹਕੂਮਤ ਦੇ ਵੱਲੋਂ ਜਿਹੜੇ ਖੇਤੀ ਵਿਰੋਧੀ ਕਾਲੇ ਕਾਨੂੰਨ ਸੀ ਉਹ ਵਾਪਸ ਲਏ ਗਏ ਤੇ ਇਸ ਤਰ੍ਹਾਂ ਦੀ ਮੰਦਭਾਗੀ ਤੇ ਘਟੀਆ ਬਿਆਨਬਾਜ਼ੀ, ਬੇਸ਼ੱਕ ਕਿ
ਉਹ ਆਪਣੀਆਂ ਇਵੇਂ ਦੀਆਂ ਬੇਹੂਦਾ ਔਰ ਘਟੀਆ ਟਿੱਪਣੀਆਂ ਕਰਕੇ ਪਹਿਲਾਂ ਵੀ ਮਸ਼ਹੂਰ ਹੈ ਤੇ ਉਸ ਨੇ ਪਹਿਲਾਂ ਵੀ ਕਈ ਤਰ੍ਹਾਂ ਜਿਹੜੀਆਂ ਇਵੇਂ ਦੀਆਂ ਟਿੱਪਣੀਆਂ ਕੀਤੀਆਂ ਨੇ। ਪਹਿਲੀ ਗੱਲ ਤੇ ਹੈ ਕਿ ਇਸ ਪਹਿਲੀ ਲਾਈਨ ਦੇ ਵਿੱਚ ਖਾਲਿਸਤਾਨੀ ਅੱਤਵਾਦੀ, ਉਹਨੇ ਸੰਘਰਸ਼ ਦੇ ਵਿੱਚ ਇੱਕ ਖਾਸ ਵਰਗ ਨੂੰ ਕਹਿ ਸਕਦੇ ਹੋ ਕਿ ਸ਼ਨਾਖਤ ਕਰਨ ਦਾ ਯਤਨ ਕੀਤਾ। ਉਹ ਹੈ ਇਸ ਸੰਘਰਸ਼ ਦੀ ਚਾਲਕ ਸ਼ਕਤੀ। ਬੇਸਿਕਲੀ ਬੇਸ਼ੱਕ ਉਸਨੇ ਸ਼ਬਦ ਖਾਲਿਸਤਾਨੀ ਵਰਤਿਆ, ਪਰ ਆ ਜਾ ਕੇ ਇਸ ਸਾਰੇ ਵਰਤਾਰੇ ਨੂੰ ਸਮਝਣ ਦੀ ਲੋੜ ਹੈ ਕਿ ਇੱਕਦਮ ਭਾਜਪਾ ਦੇ ਵਿਚਾਰਧਾਰਾ ਦੇ ਨਾਲ ਜਾਂ ਫਿਰ ਕਹਿ ਸਕਦੇ ਹੋ ਕਿ ਸੰਘ ਦੀ ਵਿਚਾਰਧਾਰਾ ਦੇ ਨਾਲ ਸਹਿਮਤ ਕੋਈ ਵਿਅਕਤੀ ਇੱਕਦਮ ਯੂ ਟਰਨ ਲੈਂਦਾ ਹੈ ਤੇ ਉਹ ਯੂ ਟਰਨ ਲੈਣ ਤੋਂ ਬਾਅਦ ਉਹ ਇੱਕਦਮ ਇੰਦਰਾ ਗਾਂਧੀ ਦੀ ਸਿਫਤ ਕਰਦਾ ਹੈ। ਔਰ ਇੰਦਰਾ ਗਾਂਧੀ ਦੀ ਸਿਫਤ ਇਸ ਕਰਕੇ ਕਰਦਾ ਹੈ ਕਿ ਉਸ ਨੇ ਇਸ ਦੇਸ਼ ਦੇ ਵਿੱਚ ਜਿੱਥੇ ਇੱਕ ਘੱਟ ਗਿਣਤੀ ਕੌਮੀਅਤ ਦੇ ਧਰਮ ਸਥਾਨ ਦੇ ਉੱਪਰ ਹਮਲਾ ਕਰਕੇ ਉੱਥੇ ਇੱਕ ਘੱਲੂਘਾਰਾ ਵਰਤਾਇਆ ਜੂਨ 84 ਦੇ ਵਿੱਚ, ਤੇ ਉਸ ਤੋਂ ਬਾਅਦ ਉਸ ਦੇ ਕਤਲ ਤੋਂ ਬਾਅਦ, ਭਾਵ ਕਿ ਉਸ ਨੂੰ ਕਰਨੀ ਦਾ ਫਲ ਭੁਗਤਾਉਣ ਤੋਂ ਬਾਅਦ ਦੇਸ਼ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੁੰਦੀ ਹੈ। ਸੋ ਇਸ ਗੱਲ ਨੂੰ ਬੜੀ ਕਹਿ ਸਕਦੇ ਕਿ ਸੂਖਮਤਾ ਦੇ ਨਾਲ ਸਮਝਣ ਦੀ ਲੋੜ ਹੈ ਕਿ ਇੱਕ ਸੰਘ ਦੀ ਵਿਚਾਰਧਾਰਾ ਨਾਲ ਸਹਿਮਤ ਤੇ ਸ਼ੁਰੂ ਤੋਂ ਹੀ ਸੰਘ ਦੀ ਵਿਚਾਰਧਾਰਾ ਦੀ ਗੱਲ ਕਰਕੇ ਸਿੱਖਾਂ ਨੂੰ ਜਾਂ ਖਾਸ ਕਰਕੇ ਪੰਜਾਬੀਅਤ ਨੂੰ ਕਿਤੇ ਨਾ ਕਿਤੇ ਨਿਸ਼ਾਨਾ ਬਣਾਉਣ ਵਾਲੀ ਕੰਗਨਾ ਰਣੌਤ ਇੱਕਦਮ ਹੀ ਭਾਜਪਾਈ ਵਿਚਾਰਧਾਰਾ ਤੋਂ ਕਾਂਗਰਸੀ ਵਿਚਾਰਧਾਰਾ ਵੱਲ ਇੱਕਦਮ ਯੂ ਟਰਨ ਕਿਉਂ ਲੈਂਦੀ ਹੈ। ਔਰ ਦੂਸਰੀ ਗੱਲ ਕਿ ਉਹ ਜਿਹੜੀ ਇਸ ਕਿਸਾਨੀ ਸੰਘਰਸ਼ ਦੀ ਚਾਲਕ ਸ਼ਕਤੀ ਦੀ ਸ਼ਨਾਖਤ ਕਰਦੀ ਹੈ, ਜਿਸ ਨੂੰ ਅਸੀਂ ਡਰਾਈਵਿੰਗ ਫੋਰਸ ਕਹਿੰਦੇ ਹਾਂ, ਜਿਹੜੀ ਕਿ ਬੇਸ਼ੱਕ ਸਿੱਖ ਵਿਚਾਰਧਾਰਾ ਹੈ, ਤੇ ਉਹ ਉਸ ਨੂੰ ਖਾਲਿਸਤਾਨੀ ਸ਼ਬਦ ਦੇ ਨਾਲ ਜਦੋਂ ਸੰਬੋਧਿਤ ਹੁੰਦੀ ਹੈ ਤੇ ਉਸ ਤੋਂ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਇਹ ਜਿਹੜਾ ਕਹਿ ਸਕਦੇ ਹੋ ਕਿ ਇੱਕ ਫਾਸ਼ੀਵਾਦੀ ਮਾਨਸਿਕਤਾ ਦਾ ਇੱਕ ਅਲਟਰਾ ਨੈਸ਼ਨਲਿਜ਼ਮ ਹੈ। ਇਹ ਇੱਕ ਖਾਸ ਵਿਸ਼ੇਸ਼ ਬਹੁ ਗਿਣਤੀ ਦੀ ਸੋਚ ਹੈ ਘੱਟ ਗਿਣਤੀਆਂ ਪ੍ਰਤੀ ਅਤੇ ਖਾਸ ਕਰਕੇ ਸਿੱਖਾਂ ਦੇ ਵਿਰੋਧ ਦੇ ਵਿੱਚ। ਸੋ ਇਹ ਜਿਹੜੀ ਮਾਨਸਿਕਤਾ ਹੈ, ਇਹ ਮਾਨਸਿਕਤਾ ਚਾਹੇ ਭਾਜਪਾ ਦੇ ਵਿੱਚ ਹੋਵੇ, ਚਾਹੇ ਕਾਂਗਰਸ ਦੇ ਵਿੱਚ ਹੋਵੇ ਜਾਂ ਕਿਸੇ ਵਿਸ਼ੇਸ਼ ਧਿਰ ਦੇ ਵਿੱਚ ਹੋਵੇ, ਇੱਥੇ ਸਭ ਤੋਂ ਅਹਿਮ ਗੱਲ ਇਹ ਵੇਖਣੀ ਪੈਂਦੀ ਹੈ ਕਿ ਇਸ ਤਰ੍ਹਾਂ ਦੀ ਮਾਨਸਿਕਤਾ ਜਿਹੜੀ ਇਸ ਦੇਸ਼ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਹੈ, ਇੱਕ ਖਾਸ ਕੌਮੀਅਤ ਔਰ ਘੱਟ ਗਿਣਤੀਆਂ ਦੇ ਪ੍ਰਤੀ, ਪਰ ਇਸ ਮਾਨਸਿਕਤਾ ਦੀ ਸ਼ਨਾਖਤ ਕਰਨੀ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਸ਼ਬਦਾਵਲੀ ਵਰਤੀ ਗਈ ਹੈ ਕਿ ਉਸ ਨੇ ਇਸ ਵਰਗ ਨੂੰ, ਖਾਲਿਸਤਾਨੀ ਵਰਗ ਨੂੰ ਪੈਰਾਂ ਹੇਠ ਕੁਚਲਿਆ, ਬੇਸ਼ੱਕ ਰਾਸ਼ਟਰ ਦਾ ਨੁਕਸਾਨ ਹੋਇਆ। ਇਹਨੂੰ ਵੀ ਸਮਝਣਾ ਬੜਾ ਜ਼ਰੂਰੀ ਹੈ ਕਿ ਜਦੋਂ ਅਸੀਂ ਸੰਘ ਦਾ RSS ਦਾ ਏਜੰਡਾ ਵੇਖਦੇ ਹਾਂ ਜਾਂ ਸੰਘ ਦੇ ਏਜੰਡੇ ਦਾ ਤੁਸੀਂ ਵਿਰਾਟ ਰੂਪ ਵੇਖੋਗੇ ਤੇ ਉਹਨਾਂ ਦਾ ਨਿਸ਼ਾਨਾ ਅਖੰਡ ਹਿੰਦੂ ਰਾਸ਼ਟਰ ਦੀ ਸਥਾਪਨਾ ਹੈ, ਤੇ ਉਹਦੇ ਵਾਸਤੇ ਉਹ ਕਿਤੇ ਸਖਤੀ ਵੀ ਅਪਣਾਉਂਦੇ ਨੇ ਤੇ ਕਿਤੇ ਉਹ ਸਮਝੌਤਾਵਾਦੀ ਵੀ ਹੁੰਦੇ ਨੇ। ਸਿੱਖਾਂ ਦੇ ਨਾਲ ਦਰਅਸਲ ਉਹ ਸਿੱਧੀ ਵਿਰੋਧਤਾ ਅਜੇ ਨਹੀਂ ਜਨਮ ਲੈਣ ਦੇਣਾ ਚਾਹੁੰਦੇ। ਉਹਦਾ ਇੱਕ ਕਾਰਨ ਹੈ ਕਿ ਏਸ਼ੀਆਈ ਖਿੱਤੇ ਦੇ ਵਿੱਚ ਜਿਸ ਤਰ੍ਹਾਂ ਦਾ ਬਹੁਤੇ ਦੇਸ਼ਾਂ ਦਾ ਧਰੁਵੀਕਰਨ ਜਾਂ ਗੱਠਜੋੜ ਪੈਦਾ ਹੋ ਰਿਹਾ ਹੈ, ਉਹ ਚਾਹੇ ਚੀਨ ਦੀ ਗੱਲ ਹੈ, ਪਾਕਿਸਤਾਨ ਦੀ ਗੱਲ ਹੈ, ਰੂਸ ਦੀ ਗੱਲ ਹੈ, ਜਾਂ ਫਿਰ ਉਸ ਤੋਂ ਬਾਅਦ ਅਫਗਾਨਿਸਤਾਨ ਦੇ ਵਿੱਚ ਜਿਹੜਾ ਤਾਲਿਬਾਨ ਦਾ ਸੱਤਾ ਦੇ ਵਿੱਚ ਆਉਣਾ ਹੈ, ਤੇ ਉਹਦੇ ਨਾਲ ਨਾਲ ਜਿਹੜੇ ਪਿਛਲੇ ਸਾਲ ਦੇ ਵਿੱਚ ਇਸ ਦੇਸ਼ ਦੇ ਵਿੱਚ ਵਰਤਾਰੇ ਵਾਪਰੇ ਨੇ, ਕੁਝ ਸਾਲਾਂ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਦਾ ਖਤਮ ਹੋ ਰਿਹਾ, ਉਸ ਤੋਂ ਬਾਅਦ NRC ਦੀ ਗੱਲ ਜਾਂ CAA ਦਾ ਮਸਲਾ, ਇਹ ਸਾਰੇ ਉਹ ਮਸਲੇ ਨੇ ਜਿਨ੍ਹਾਂ ਦੇ ਨਾਲ ਇੱਕ ਖਾਸ ਮਜ਼ਹਬ ਤੇ ਜਿਹੜੇ ਖਾਸ ਵਰਗ ਨੇ ਉਹ ਅਸੰਤੁਸ਼ਟ ਨੇ, ਤੇ ਆਲੇ ਦੁਆਲੇ ਦੇ ਵਿੱਚ ਇਸ ਖਿੱਤੇ ਦੇ ਵਿੱਚ ਜਿਹੜੀਆਂ ਤਾਕਤਾਂ ਦਾ ਉਭਾਰ ਹੋ ਰਿਹਾ ਹੈ, ਉਹਨਾਂ ਤਾਕਤਾਂ ਦੇ ਉਭਾਰ ਦੇ ਸਾਹਮਣੇ ਜਿਹੜੀ ਸੰਘ ਦੀ ਰਾਜਨੀਤਿਕ ਸ਼ਾਖਾ ਭਾਜਪਾ ਇਸ ਵੇਲੇ ਦੇਸ਼ ਦੀ ਹਕੂਮਤ ਦੇ ਉੱਪਰ ਕਾਬਜ਼ ਹੈ, ਉਹ ਅਜੇ ਨਹੀਂ ਚਾਹੁੰਦੀ ਕਿ ਕਿਸੇ ਵੀ ਤਰੀਕੇ ਦੇ ਨਾਲ ਇਸ ਤਰ੍ਹਾਂ ਦੀ ਇੱਕ ਖਾਸ ਵਰਗ ਦੀ ਨਾਰਾਜ਼ਗੀ ਜਿਹੜੀ ਹੈ ਉਹ ਮੁੱਲ ਲਈ ਜਾਵੇ, ਜਿਹੜਾ ਵਰਗ ਖਾਸ ਕਰਕੇ ਇੱਕ ਬਾਰਡਰ ਸਟੇਟ ਦੇ ਉੱਪਰ ਵੀ ਹੈ। ਪਹਿਲੀ ਗੱਲ ਤੇ ਹੈ, ਤੇ ਦੂਜੀ ਗੱਲ ਹੈ ਕਿ ਜਿਨ੍ਹਾਂ ਨੇ, ਜਿਸ ਵਰਗ ਨੇ ਹਮੇਸ਼ਾ ਹੀ ਸਰਹੱਦਾਂ ਦੇ ਉੱਪਰ ਰੱਖਿਆ ਕਰਨ ਦੇ ਉੱਪਰ ਅਹਿਮ ਭੂਮਿਕਾ ਨਿਭਾਈ ਹੈ। ਹੁਣ ਇੱਕ ਗੱਲ ਹੋਰ ਵੇਖਣ ਵਾਲੀ ਗੱਲ ਹੈ, ਬੇਸ਼ੱਕ ਕਿ ਬਹੁਤ ਸਾਰੀਆਂ ਲੈਫਟਿਸਟ ਜਿਹੜੀਆਂ ਕਹਿ ਸਕਦੇ ਮੂਵਮੈਂਟਸ ਨੇ ਜਾਂ ਜਿਹੜੀਆਂ ਖੱਬੇ ਪੱਖੀ ਧਿਰਾਂ ਨੇ, ਕਿਤੇ ਨਾ ਕਿਤੇ ਉਹ ਕਿਸਾਨ ਸੰਘਰਸ਼ ਦੀ ਅਗਵਾਈ ਕਰਨ ਦੀਆਂ ਦਾਅਵਾ ਕਰਦੀਆਂ ਨੇ, ਪਰ ਜਦੋਂ ਕੰਗਨਾ ਰਣੌਤ ਇੱਕ ਖਾਸ ਵਰਗ ਨੂੰ ਆਪਣੇ ਦਾਇਰੇ 'ਚ ਲੈ ਕੇ ਆਉਂਦੀ ਹੈ ਤੇ ਉਹ ਕਹਿੰਦੀ ਹੈ ਕਿ ਖਾਲਿਸਤਾਨੀ ਟੈਰਰਿਸਟ।
ਸੋ ਉਸ ਨੂੰ ਕਿਤੇ ਨਾ ਕਿਤੇ, ਕਿਉਂਕਿ ਜਿਹੜੀ ਮੈਂ ਕਹਿੰਦਾ ਹੁੰਦਾ ਕਿ ਜਿਹੜੇ ਸ਼ਬਦ ਹੁੰਦੇ ਨੇ ਨਾ, ਉਹਨਾਂ ਸ਼ਬਦਾਂ ਦੇ ਪਿੱਛੇ ਕੀ ਹੈ, ਉਸ ਨੂੰ ਤੋੜ ਕੇ ਵੇਖਣ ਦੀ ਜ਼ਰੂਰ ਲੋੜ ਹੁੰਦੀ ਹੈ। ਸੋ ਉਸ ਨੂੰ ਇਹ ਵੀ ਪਤਾ ਹੈ ਕਿ ਜਿਸ ਵਰਤਾਰੇ ਦੇ ਵਿੱਚ ਜਾਂ ਜਿਸ ਵਰਤਾਰੇ ਨੂੰ ਉਹ ਸੰਬੋਧਿਤ ਹੋ ਰਹੀ ਹੈ, ਜਿਹੜਾ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਸਮਾਂ ਹੈ, ਉਸ ਵਰਤਾਰੇ ਦੇ ਵਿੱਚ ਜਦੋਂ ਉਸ ਸੰਘਰਸ਼ ਨੂੰ, ਜਾਂ ਕਹਿ ਸਕਦੇ ਹੋ ਕਿ ਸਿੱਖ ਵਿਚਾਰਧਾਰਾ ਨੂੰ ਕੁਚਲਣ ਦੇ ਵਾਸਤੇ ਸਰਕਾਰੀ ਹੱਥਕੰਡੇ ਵਰਤੇ ਗਏ, ਤਾਂ ਉਸ ਸਮੇਂ ਖੱਬੇ ਪੱਖੀ ਧਿਰਾਂ ਜਿਹੜੀਆਂ ਨੇ ਉਹ ਖੁਦ ਸਰਕਾਰ ਦੀ ਗੋਦ ਦੇ ਵਿੱਚ ਬੈਠੀਆਂ ਸੀ। ਸੋ ਇਸ ਚੀਜ਼ ਨੇ ਕਿਤੇ ਨਾ ਕਿਤੇ ਇਸ ਚੀਜ਼ ਨੂੰ ਸਾਡੇ ਸਾਹਮਣੇ ਰੱਖ ਦਿੱਤਾ ਹੈ ਕਿ ਦਰਅਸਲ ਜਿਹੜਾ ਅਲਟਰਾ ਨੈਸ਼ਨਲਿਜ਼ਮ ਹੈ, ਜਿਹੜੀ ਫਾਸ਼ੀਵਾਦੀ ਵਿਚਾਰਧਾਰਾ ਹੈ, ਉਹ ਇੱਕ ਸੰਘ ਦੇ ਸੰਗਠਿਤ ਦਾਇਰੇ ਤੋਂ ਬਾਹਰ ਵੀ ਲੋਕਾਂ ਦੇ ਵਿੱਚ ਜਿਹੜੀ ਹੈ ਉਹ ਪ੍ਰਵਾਹਿਤ ਹੋ ਰਹੀ ਹੈ। ਪਰ ਸੰਘ ਜਦੋਂ ਆਪਣੇ ਅਖੰਡ ਰਾਸ਼ਟਰ ਦੇ ਵੱਡੇ ਏਜੰਡੇ ਵੱਲ ਆਪਣਾ ਧਿਆਨ ਕੇਂਦਰਿਤ ਕਰ ਰਿਹਾ ਹੈ, ਤਾਂ ਉਹਦੇ ਵਾਸਤੇ ਉਹ ਨਹੀਂ ਚਾਹੁੰਦਾ ਕਿ ਕਿਸੇ ਐਸੀ ਧਿਰ ਜਿਹਦੀ ਖਾਸ ਕਰਕੇ ਸਰਹੱਦੀ ਖੇਤਰ ਦੇ ਵਿੱਚ ਵਿਸ਼ੇਸ਼ ਭੂਮਿਕਾ ਹੋਵੇ, ਉਹਦੇ ਨਾਲ ਨਾਰਾਜ਼ਗੀ ਪੈਦਾ ਕੀਤੀ ਜਾਵੇ ਕਿ ਉਸ ਦੇ ਭੂਗੋਲਿਕ ਖਿੱਤੇ ਦੇ ਉੱਪਰ ਔਰ ਉਸ ਦੇ ਵੱਡੇ ਏਜੰਡੇ ਦੇ ਉੱਪਰ ਇਸ ਚੀਜ਼ ਦਾ ਅਸਰ ਪਵੇ। ਫਿਰ ਅੱਗੇ ਜਾ ਕੇ ਜਦੋਂ ਕੰਗਣਾ ਰਣੌਤ ਇਹ ਗੱਲ ਕਹਿੰਦੀ ਹੈ ਕਿ ਇੰਦਰਾ ਨੇ ਟੁਕੜੇ ਟੁਕੜੇ ਨਹੀਂ ਹੋਣ ਦਿੱਤੇ, ਤਾਂ ਉਹ ਇਹ ਨਹੀਂ ਸਮਝਦੀ ਕਿ ਬੇਸ਼ੱਕ ਟੁਕੜੇ ਟੁਕੜੇ ਹੋਣ ਨਹੀਂ ਦਿੱਤੇ, ਉਹ ਉੱਥੇ ਆ ਕੇ ਰੁਕ ਜਾਂਦੀ ਹੈ। ਪਰ ਉਹਨੂੰ ਇਹ ਨਹੀਂ ਪਤਾ ਕਿ ਜਿਹੜਾ ਜੂਨ 84 ਦੇ ਵਿੱਚ ਜਿਹੜਾ ਘਟਨਾਕ੍ਰਮ ਵਾਪਰਿਆ, ਉਹਦਾ ਹੀ ਪ੍ਰਤੀਕਰਮ ਹੈ ਜਿਸ ਦਾ ਅੱਜ ਸਿਖਰ ਹੈ, ਤੇ ਉਸ ਸਿਖਰ ਦੇ ਸਦਕਾ ਜਿਹੜੀ ਇਸ ਘੱਟ ਗਿਣਤੀ ਕੌਮੀਅਤ ਦੇ ਵਿੱਚ ਸਵੈ ਨਿਰਣੇ ਦੀ ਮੰਗ ਉੱਠੀ ਹੈ, ਉਹਦੇ ਕਰਕੇ ਹੀ ਉਸ ਨੂੰ ਬਾਂਹ ਮਰੋੜਨ ਵਰਗੇ ਸ਼ਬਦ ਜਿਹੜੇ ਨੇ ਉਹ ਵਰਤਣੇ ਪਏ ਨੇ ਕਿ ਇੱਕ ਖਾਲਿਸਤਾਨੀ ਅੱਤਵਾਦੀ ਧਿਰ ਨੇ ਰਾਸ਼ਟਰ ਦੀ ਜਿਹੜੀ ਹੈ ਉਹ ਬਾਂਹ ਮਰੋੜ ਦਿੱਤੀ ਹੈ। ਸੋ ਇਹ ਸ਼ਬਦ ਜਿਹੜੇ ਨੇ ਅਕਾਰਨ ਨਹੀਂ ਹੈ, ਇਹਨਾਂ ਦਾ ਜਵਾਬ ਘਟੀਆ ਰੂਪ ਚ ਵੀ ਦਿੱਤਾ ਜਾ ਸਕਦਾ ਹੈ। ਪਰ ਇਹ ਸਭ ਤੋਂ ਅਹਿਮ ਗੱਲ ਇਹ ਹੈ ਕਿ ਜਦੋਂ ਉਹ ਇੱਕ ਪਾਸੇ ਇਹ ਕਹਿੰਦੀ ਹੈ ਕਿ ਰਾਸ਼ਟਰ ਦੀ ਬਾਂਹ ਮਰੋੜ ਦਿੱਤੀ ਗਈ, ਤੇ ਆਪਣੀਆਂ ਅਗਲੀ ਲਾਈਨਾਂ ਦੇ ਵਿੱਚ ਕਹਿੰਦੀ ਹੈ ਕਿ ਇਹਨਾਂ ਨੂੰ ਕੁਚਲਿਆ ਗਿਆ ਸੀ, ਇਹਦਾ ਮਤਲਬ ਕਿ ਇਸ ਕੌਮੀਅਤ ਦੇ ਵਿਸ਼ੇਸ਼ ਗੁਣ ਦਾ ਉਸ ਨੂੰ ਪਤਾ ਹੈ। ਕਿਉਂਕਿ ਹਾਲ ਹੀ ਦੇ ਵਿੱਚ ਅਜੇ 2 ਹਫ਼ਤੇ ਪਹਿਲਾਂ ਜਿਸ ਧਿਰ ਨੇ ਉਸ ਨੂੰ ਪਦਮ ਸ਼੍ਰੀ ਔਰ ਬਿਨਾਂ ਕਿਸੇ ਕਾਰਨ, ਬਿਨਾਂ ਕਿਸੇ ਸੇਵਾਵਾਂ ਦੇ ਜਾਂ ਬਿਨਾਂ ਕਿਸੇ ਕਾਰਗੁਜ਼ਾਰੀ ਦੇ ਇੱਕ ਵੱਡੇ ਅਵਾਰਡ ਦੇ ਨਾਲ, ਪਦਮ ਸ਼੍ਰੀ ਦੇ ਨਾਲ ਜਿਸ ਨੂੰ ਸਨਮਾਨਿਆ ਹੋਵੇ, ਉਸੇ ਧਿਰ ਪ੍ਰਤੀ ਇੱਕਦਮ ਉਸ ਦਾ ਰਵੱਈਆ ਜਿਹੜਾ ਉਦਾਸੀਨ ਹੋ ਜਾਣਾ, ਔਰ ਉਹਦੇ ਵਿੱਚ 2 ਗੱਲਾਂ ਦਾ ਸਾਹਮਣੇ ਆ ਜਾਣਾ ਕਿ ਇਸ ਵਰਤਮਾਨ ਦੇ ਵਿੱਚ ਰਾਸ਼ਟਰ ਦੀ ਬਾਂਹ ਮਰੋੜੀ ਗਈ ਤੇ ਅਤੀਤ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਇਹਨਾਂ ਲੋਕਾਂ ਨੂੰ ਮਸਲਣ ਦੀ ਜਾਂ ਕੁਚਲਣ ਦੀ ਜਾਂ ਜੁੱਤੀ ਥੱਲੇ ਰੱਖਣ ਦੀ ਕੋਸ਼ਿਸ਼ ਗਈ। ਸੋ ਕਿਤੇ ਨਾ ਕਿਤੇ ਸਿੱਖ ਮਾਨਸਿਕਤਾ ਦਾ ਜਿਹੜਾ ਵਿਸ਼ੇਸ਼ ਪੱਖ, ਉਹਦੀਆਂ ਲਾਈਨਾਂ ਇਸ ਪੱਖ ਦੀ ਵੀ ਪ੍ਰਤੀਨਿਧਤਾ ਕਰਦੀਆਂ ਨੇ ਕਿ ਬੇਸ਼ੱਕ ਜਿਹੜੀਆਂ ਵੀ ਸ਼ਕਤੀਆਂ ਸਿੱਖਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀਆਂ ਨੇ, ਉਹ ਮਸਲਣ ਤੋਂ ਬਾਅਦ ਵੀ ਬਾਂਹ ਮਰੋੜਨ ਦੀ ਸਮਰੱਥਾ ਰੱਖਦੀਆਂ ਨੇ। ਸੋ ਇਹ ਗੱਲ ਜਿਹੜੀ ਹੈ, ਜਿਹੜੀਆਂ ਸੰਘ ਦੀਆਂ ਕਹਿ ਸਕਦੇ ਹੋ ਕਿ ਵਿਚਾਰਧਾਰਕ ਧਿਰਾਂ ਨੇ, ਜਿਨ੍ਹਾਂ ਨੂੰ ਥਿੰਕ ਟੈਂਕ ਕਿਹਾ ਜਾਂਦਾ ਹੈ, ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਇਸ ਚੀਜ਼ ਦੀ ਵਿਚਾਰ ਚਰਚਾ ਚੱਲਦੀ ਹੈ। ਪਰ ਜਦੋਂ ਤੁਸੀਂ ਸੰਘ ਦੀ ਤੇ ਕੰਗਣਾ ਦੀ ਜਿਹੜੀ ਵਿਚਾਰਧਾਰਕ ਸ਼ਬਦਾਵਲੀ ਹੈ, ਇਹਦੇ ਵਿੱਚ ਜਦੋਂ ਤੁਸੀਂ ਇੱਕ ਮਿਲੀ ਜੁਲੀ ਸ਼ਨਾਖਤ ਕਰੋਗੇ, ਤਾਂ ਤੁਹਾਨੂੰ ਇਸ ਗੱਲ ਦਾ ਪਤਾ ਲੱਗੇਗਾ ਕਿ RSS ਦੇ ਸੰਗਠਕ ਢਾਂਚੇ ਤੋਂ ਬਾਹਰ ਵੀ ਇੱਕ ਖਾਸ ਵਰਗ ਹੈ, ਜਿਨ੍ਹਾਂ ਦੇ ਵਿੱਚ ਇੱਕ ਤਰ੍ਹਾਂ ਦੀ ਸਿੱਖਾਂ ਦੇ ਪ੍ਰਤੀ ਜੀਨੋਸਾਈਡਲ ਇੰਪਲਸ ਹੈ। ਔਰ ਖਾਸ ਕਰਕੇ ਕਿਸਾਨ ਸੰਘਰਸ਼ ਦੇ ਜਿੱਤ ਦੇ ਐਲਾਨ ਤੋਂ ਬਾਅਦ, ਭਾਵ ਕਿ ਸਰਕਾਰ ਦੇ ਕਾਨੂੰਨ ਵਾਪਸ ਲੈਣ ਤੋਂ ਬਾਅਦ, ਜਦੋਂ ਇੱਕਦਮ ਐਵੇਂ ਦੀ ਸ਼ਬਦਾਵਲੀ ਮੀਡੀਆ ਦੇ ਵਿੱਚ ਆਉਂਦੀ ਹੈ, ਤੇ ਸੱਚ ਜਾਣਿਓ ਇਹ ਉਹੀ ਜੀਨੋਸਾਈਡਲ ਇੰਪਲਸ ਹੈ, ਉਹੀ ਕਿਤੇ ਨਾ ਕਿਤੇ ਨਸਲਕੁਸ਼ੀ ਵਾਲੀ ਮਾਨਸਿਕਤਾ ਹੈ, ਜਿਸ ਨੂੰ ਤੁਸੀਂ ਕਹਿ ਸਕਦੇ ਹੋ ਕਿ ਜਿਹੜੀ ਮਾਨਸਿਕਤਾ ਇਸ ਸਮੇਂ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਕਹਿੰਦੀ ਹੈ ਦਰਬਾਰ ਸਾਹਿਬ ਦੇ ਉੱਪਰ ਵਰਤਾਏ ਘੱਲੂਘਾਰੇ ਤੋਂ ਬਾਅਦ ਕਿ ਦੇਰ ਨਾਲ ਹੋਈ ਦਰੁਸਤ ਕਾਰਵਾਈ ਹੈ, ਜਾਂ ਫਿਰ ਨਵੰਬਰ 1984 ਦੇ ਸਿੱਖ ਕਤਲੇਆਮ ਤੋਂ ਬਾਅਦ ਸਿੱਖਾਂ ਨੂੰ ਆਪਣੇ ਵਿਚਾਰਕ ਤੇ ਨਿਆਰੇਪਨ ਨੂੰ ਖਤਮ ਕਰਕੇ ਦੇਸ਼ ਦੇ ਬਹੁਗਿਣਤੀ ਰਾਸ਼ਟਰਵਾਦ ਦੇ ਸਮੁੰਦਰ ਦੇ ਵਿੱਚ ਡੋਬਣ ਦੀਆਂ ਸਲਾਹਾਂ ਦਿੱਤੀਆਂ ਜਾਂਦੀਆਂ ਨੇ। ਸੋ ਕਿਤੇ ਨਾ ਕਿਤੇ ਇਸ ਸਾਰੇ ਵਰਤਾਰੇ ਨੂੰ ਬਹੁਤ ਹੀ ਸੰਜਮ, ਸਹਿਜ, ਸੂਖਮਤਾ
ਤੇ ਸੰਤੋਖ ਦੇ ਨਾਲ ਚਿੰਤਨ ਕਰਨ ਦੀ ਲੋੜ ਹੈ। ਦੂਸਰੀ ਗੱਲ ਸਭ ਤੋਂ ਅਹਿਮ ਹੈ ਕਿ BBC ਦੇ ਵੱਲੋਂ ਵੀ ਇੱਕ ਰਿਪੋਰਟ ਆ ਗਈ ਕਿ ਇੱਕ ਖਾਸ ਤਰੀਕੇ ਦੇ ਨਾਲ ਬਹੁਤ ਸਾਰੀਆਂ ਨਕਲੀ ਆਈਡੀਆਂ ਬਣਾ ਕੇ ਸੋਸ਼ਲ ਮੀਡੀਆ ਦੇ ਉੱਪਰ ਸਿੱਖਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ, ਔਰ ਉਸੇ ਸੋਚ ਦੀ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਬੇਸ਼ੱਕ ਤੁਹਾਨੂੰ ਸੰਘ ਦੇ ਸੰਗਠਿਤ ਢਾਂਚੇ ਤੋਂ ਬਾਹਰ ਵੀ ਇੱਕ ਸਿੱਖ ਵਿਰੋਧੀ ਜਿਹੜਾ ਢਾਂਚਾ ਨਜ਼ਰ ਆ ਰਿਹਾ ਹੈ, ਕੰਗਨਾ ਰਣੌਤ ਦੀ ਸ਼ਬਦਾਵਲੀ ਉਸ ਸੋਚ ਦੀ ਨੁਮਾਇੰਦਗੀ ਕਰਦੀ ਹੈ ਜਿੱਥੇ ਸਿੱਖਾਂ ਨੂੰ ਬਹੁਤ ਹੀ ਜ਼ਿਆਦਾ ਅਸਲ ਵਿੱਚ ਗਹਿਰ ਚਿੰਤਨ ਕਰਨ ਦੀ ਲੋੜ ਹੈ। ਉਹਦਾ ਕਾਰਨ ਇਹ ਹੈ ਕਿ ਇਸ ਸੰਘਰਸ਼ ਦੀ ਜਿੱਤ ਤੋਂ ਬਾਅਦ ਜਦੋਂ ਹੁਣ ਸਾਰੀਆਂ ਹੀ ਸਿੱਖ ਵਿਰੋਧੀ ਧਿਰਾਂ ਵੀ ਇਹ ਮਹਿਸੂਸ ਕਰਦੀਆਂ ਨੇ ਕਿ ਜੇਕਰ ਦੇਸ਼ ਦੀ ਤਾਨਾਸ਼ਾਹ ਹਕੂਮਤ ਨੂੰ ਝੁਕਾਇਆ ਹੈ ਤਾਂ ਸਿੱਖ ਵਿਚਾਰਧਾਰਾ ਨੇ ਝੁਕਾਇਆ ਹੈ, ਤਾਂ ਕਿਤੇ ਨਾ ਕਿਤੇ ਸਾਨੂੰ ਭਵਿੱਖ ਦੇ ਵਿੱਚ ਇਸ ਗੱਲ ਨੂੰ ਕਹਿ ਸਕਦੇ ਹੋ ਕਿ ਹਮੇਸ਼ਾ ਹੀ ਚਿੰਤਨ ਕਰਨ ਦੀ ਤੇ ਭਵਿੱਖ ਦੇ ਵਾਸਤੇ ਸੁਹਿਰਦਤਾ ਦੇ ਨਾਲ ਸੋਚਣ ਦੀ ਲੋੜ ਹੈ ਕਿ ਦੇਸ਼ ਦੀ ਬਹੁ ਗਿਣਤੀ ਦੇ ਵਿੱਚ ਇੱਕ ਖਾਸ ਮਾਨਸਿਕਤਾ ਦਾ ਅੰਸ਼ ਜਿਹੜਾ ਹੈ ਉਹ ਕਿਤੇ ਨਾ ਕਿਤੇ ਇੱਕ ਚਿੰਗਾਰੀ ਦੇ ਵਾਂਗੂ ਭਖਿਆ ਬੈਠਾ ਹੈ, ਜਿਹੜਾ ਇਹ ਚਾਹੁੰਦਾ ਹੈ ਕਿ ਸਿੱਖਾਂ ਦੀ ਨਸਲਕੁਸ਼ੀ ਜਿਹੜੀ ਹੈ ਉਹ ਕੀਤੀ ਜਾਵੇ, ਜਾਂ ਫਿਰ ਸਿੱਖਾਂ ਦੀ ਨਸਲਕੁਸ਼ੀ ਦੇ ਉੱਪਰ ਉਹ ਖੁਸ਼ ਮਹਿਸੂਸ ਹੁੰਦਾ ਹੈ ਤੇ ਜਿੱਥੇ ਸਿੱਖਾਂ ਨੂੰ ਕੋਈ ਰਾਹਤ ਮਹਿਸੂਸ ਹੁੰਦੀ ਹੈ ਉੱਥੇ ਉਹ ਈਰਖਾ ਜਾਂ ਫਿਰ ਮੰਦਭਾਵਨਾ ਦਾ ਪ੍ਰਗਟਾ ਕਰਦਾ ਹੈ। ਸੋ ਇਸ ਸਾਰੇ ਕਿਸਾਨੀ ਸੰਘਰਸ਼ ਦੀ ਜਿੱਤ ਤੋਂ ਬਾਅਦ ਚਾਹੇ ਫੇਕ ਆਈਡੀਜ਼ ਦੇ ਰਾਹੀਂ ਤੇ ਜਾਂ ਫਿਰ ਬਿਹੂਦੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨ ਦੇ ਵਿੱਚ ਮਾਹਰ ਕੰਗਨਾ ਰਣੌਤ ਵਰਗੇ ਲੋਕਾਂ ਦੇ ਵੱਲੋਂ ਜਿਹੜੀ ਇਵੇਂ ਦੀ ਬਿਆਨਬਾਜ਼ੀ ਆ ਰਹੀ ਹੈ, ਇਹਦੇ ਵਿੱਚ ਬਹੁ ਗਿਣਤੀ ਵਰਗ ਦੀ ਇੱਕ ਖਾਸ ਸਿੱਖ ਵਿਰੋਧੀ ਮਾਨਸਿਕਤਾ ਨੂੰ ਸਮਝਣ ਦੀ ਤੇ ਸਿੱਖ ਜਥੇਬੰਦਕ ਢਾਂਚੇ ਨੂੰ ਇੱਕ ਥਿੰਕ ਟੈਂਕ ਦੇ ਵਾਂਗੂ ਇਸ ਦੇ ਉੱਪਰ ਵਿਚਾਰ ਚਰ ਕੇ ਕੌਮੀ ਭਵਿੱਖ ਦਾ ਚਿੰਤਨ ਕਰਨ ਦੀ ਜ਼ਰੂਰਤ ਹੈ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ, ਸਤਿਕਾਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ